हाँ जी डियर स्टूडेंट ਆਪਾਂ ਹੁਣ ਪੜਾਂਗੇ ਲੈਸਨ ਨੰਬਰ 8 ਹਾਊ ਡੂ ਆਰਗੇਨਿਜ਼ਮ ਰਿਪਰੋਡਿਊਸ ਜੀਵ ਪ੍ਰਜਨਨ ਕਿਵੇਂ ਕਰਦੇ ਹਨ ਕਿ ਕਿਸ ਤਰ੍ਹਾਂ ਜੀਵਾਂ ਦੇ ਵਿੱਚ ਵਾਧਾ ਹੁੰਦਾ ਹੈ। ਫਰਸਟ ਕੁਐਸਚਨ ਹੈ which of the following organism reproduce asexually through budding। asexually मतलब ਅਲਿੰਗੀ ਜਿਹੜੀ ਜਨਨ ਬਡਿੰਗ ਦੁਆਰਾ ਕਿਸ ਜੀਵ ਦੇ ਵਿੱਚ ਹੁੰਦੀ ਹੈ। ਅਮੀਬਾ, ਯੀਸਟ, ਪਲਾਜ਼ਮੋਡੀਅਮ। इसका आंसर है बेटा यीस्ट। Which of the following is not a part of the human female reproductive system? ਤੁਸੀਂ ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜੇ ਚਾਰ ਜਿਹੜੇ ਆਪਸ਼ਨ ਹੈ ਇਹਨਾਂ ਵਿੱਚੋਂ ਹਿਊਮਨ ਫੀਮੇਲ ਮਤਲਬ ਜਿਹੜੀ ਹੈ ਲੇਡੀ ਦਾ ਜਿਹੜਾ ਰਿਪਰੋਡਕਟਿਵ ਸਿਸਟਮ नहीं है। ओवरी, यूट्रस, वास डिफरेंस, फलोपियन ट्यूब। तो इसका आंसर है वास डिफरेंस। नेक्स्ट, वेजिटेटिव प्रोपिगेशन occurs through which part of the plant? ਤੁਸੀਂ ਦੱਸਣਾ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ ਨੂੰ ਆਪਾਂ ਕਾਇਕ ਪ੍ਰਜਨਨ ਵੀ ਕਹਿੰਦੇ ਹਾਂ। ਇਹ ਪਲਾਂਟ ਦੇ ਕਿਹੜੇ ਹਿੱਸੇ ਤੋਂ ਹੁੰਦੀ ਹੈ? ਰੂਟ, ਸਟੈਮ, ਲੀਫ, ਆਲ ਵਰਕ। ਤਾਂ ਬੱਚੋ ਜਿਹੜੀ ਵੈਜੀਟੇਟਿਵ ਪ੍ਰੋਪੇਗੇਸ਼ਨ ਹੈ ਜੜ੍ਹਾਂ ਤੋਂ ਵੀ ਹੁੰਦੀ ਹੈ, ਪੱਤੇ ਤੋਂ ਵੀ ਹੋ ਜਾਂਦੀ ਹੈ ਤੇ ਸਟੈਮ ਤੋਂ ਵੀ ਹੋ ਜਾਂਦੀ ਹੈ। ਸੋ ਆਨਸਰ ਇਜ਼ ਆਲ ਅਬਵ। Which of the following is a contraceptive method, birth control method? ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਕਿਹੜੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਬਰਥ ਕੰਟਰੋਲ ਕਰ ਸਕਦੇ ਹਾਂ। ਕੰਡਮ, ਕੰਟਰਾਸੈਪਟਿਵ ਪਿਲਸ, ਕਾਪਰ ਟੀ, ਆਲ ਅਬਵ। ਤਾਂ ਇਹਦੀ ਆਪਸ਼ਨ ਜਿਹੜੀ ਹੈ ਆਲ ਅਬਵ। The process by which pollen grain transfer from stamen to stigma of carpel or pistil is known as? ਜਿਹੜੇ ਫੁੱਲਾਂ ਵਾਲੇ ਪੌਦੇ ਹੁੰਦੇ ਹਨ ਇਹਨਾਂ ਵਿੱਚ ਜਿਹੜੀ ਰਿਪਰੋਡਕਸ਼ਨ ਹੁੰਦੀ ਹੈ, ਜਨਨ ਕਿਰਿਆ ਹੁੰਦੀ ਹੈ, ਉਹਦੇ ਵਿੱਚ ਜਿਹੜੇ ਪਰਾਗ ਕਣ ਹੁੰਦੇ ਹਨ, ਸਟੈਮਨ ਨੂੰ ਆਪਾਂ ਪਰਾਗ ਕਣ ਬੋਲਦੇ ਹਾਂ ਤੇ ਉਹ ਇਸਤਰੀ ਕੇਸਰ ਯਾਨੀ ਕਿ ਸਟਿਗਮਾ ਆਫ ਕਾਰਪਲ ਜਾਂ ਪਿਸਟਲ ਨੂੰ ਕੀ ਕਿਹਾ ਜਾਂਦਾ ਹੈ? ਫਰਟੀਲਾਈਜੇਸ਼ਨ, ਪੋਲੀਨੇਸ਼ਨ, ਮੈਂਸੂਰੇਸ਼ਨ, ਨਨ ਅਬਵ। ਤਾਂ ਉਸਨੂੰ ਅਸੀਂ ਬੋਲਦੇ ਹਾਂ ਪੋਲੀਨੇਸ਼ਨ ਜਾਂ ਅਸੀਂ ਉਸਨੂੰ ਪੰਜਾਬੀ ਚ ਬੋਲ ਦਿੰਦੇ ਹਾਂ ਪਰਾਗਣ। The production of male gamete or sperm takes place in? ਨਰ ਜਿਹੜੇ ਸੈੱਲ ਹੈ, ਨਰ ਜਨਨ ਸੈੱਲ ਜਾਂ ਜਿਹੜੇ ਸਪਰਮ ਦਾ ਜਿਹੜਾ ਹੈ ਰਿਪਰੋਡਕਸ਼ਨ ਕਿੱਥੇ ਹੁੰਦੀ ਹੈ? ਓਵਰੀ, ਟੈਸਟਿਸ, ਯੂਟਰਸ, ਫਲੋਪੀਅਨ ਟਿਊਬ। ਤਾਂ ਬੇਟਾ ਇਹਦਾ ਆਨਸਰ ਹੈ ਟੈਸਟਿਸ। ਨੈਕਸਟ ਕੁਐਸਚਨ, ਫੀਮੇਲ ਗਮੀਟ ਔਰ ਐਗ ਪ੍ਰੋਡਿਊਸਿਸ ਇਨ? ਫੀਮੇਲ ਗਮੀਟ ਯਾਨੀ ਕਿ ਮਾਦਾ ਜਿਹੜਾ ਜਨਨ ਸੈੱਲ ਹੈ ਜਾਂ ਅੰਡਿਆਂ ਦਾ ਜਿਹੜਾ ਨਿਰਮਾਣ ਕਿੱਥੇ ਹੁੰਦਾ ਹੈ? ਓਵਰੀ, ਟੈਸਟਿਸ, ਯੂਟਰਸ, ਫਲੋਪੀਅਨ ਟਿਊਬਸ। ਤਾਂ ਉਹਦਾ ਨਿਰਮਾਣ ਜਿਹੜਾ ਹੈ ਓਵਰੀ ਦੇ ਵਿੱਚ ਹੁੰਦਾ ਹੈ, ਅੰਡਕੋਸ਼ ਦੇ ਵਿੱਚ। Developing embryo get nutrition from mother's blood with the help of special structure called? ਜਦੋਂ ਵੀ ਜਿਹੜਾ ਭਰੂਣ ਹੈ ਜਾਂ ਜਿਹਨੂੰ ਆਪਾਂ embryo ਕਹਿੰਦੇ ਹਾਂ ਉਹ ਮਾਂ ਦੇ ਬਲੱਡ ਤੋਂ ਯਾਨੀ ਕਿ ਮਾਂ ਦੇ ਲਹੂ ਤੋਂ ਪੋਸ਼ਣ ਮਿਲਦਾ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ? ਵਿਲਾਈ, ਓਵਰੀ, ਪਲੇਸੈਂਟਾ, ਨਨ ਆਫ ਦਾ ਅਬਵ। ਤਾਂ ਜਿਹੜਾ ਬੱਚਾ ਹੈ ਜਾਂ ਭਰੂਣ ਹੈ ਉਸਨੂੰ ਜਿਹੜਾ ਖਾਣਾ ਹੈ ਉਹਨੂੰ ਪਲੇਸੈਂਟਾ ਦੇ ਦੁਆਰਾ ਮਿਲਦਾ ਹੈ। Teacher has asked to name the method of reproduction in which only male or female is sufficient to produce a young born. Pick the correct answer to help the student. ਅਧਿਆਪਕ ਨੇ ਜਮਾਤ ਦੇ ਵਿੱਚ ਪ੍ਰਸ਼ਨ ਪੁੱਛਿਆ ਕਿ ਜੰਤੂਆਂ ਤੋਂ ਪ੍ਰਜਨਨ ਦੀ ਉਸ ਵਿਧੀ ਦਾ ਨਾਂ ਦੱਸੋ ਜਿਸ ਵਿੱਚ ਬੱਚੇ ਪੈਦਾ ਕਰਨ ਲਈ ਨਰ ਅਤੇ ਮਾਦਾ ਕੇਵਲ ਇੱਕ ਹੀ ਕਾਫੀ ਹੁੰਦਾ ਹੈ। ਉਸਨੂੰ ਆਪਾਂ ਕਿਹੜਾ ਰਿਪਰੋਡਕਸ਼ਨ ਕਹਿ ਸਕਦੇ ਹਾਂ? ਅਸੈਕਚੁਅਲ, ਸੈਕਚੁਅਲ, ਰੀਜਨਰੇਸ਼ਨ, ਵੈਜੀਟੇਟਿਵ ਪ੍ਰੋਪੀਗੇਸ਼ਨ। ਜਿਹਦੇ ਵਿੱਚ ਇੱਕ ਹੀ ਮੇਲ ਜਾਂ ਫੀਮੇਲ ਦੀ ਹੀ ਲੋੜ ਹੁੰਦੀ ਹੈ ਅਸੀਂ ਉਸਨੂੰ ਬੋਲਦੇ ਹਾਂ asexual reproduction. Next, vegetative propagation in some plants refers to formation of new plants from? ਹੁਣੇ ਦੱਸਿਆ ਕਿ vegetative propagation ਕਿੱਥੋਂ ਹੁੰਦੀ ਹੈ? stem ਤੋਂ ਹੁੰਦੀ ਹੈ, roots ਤੋਂ ਹੁੰਦੀ ਹੈ ਔਰ ਕਿੱਥੇ ਹੁੰਦੀ ਹੈ? leaves ਤੋਂ ਹੁੰਦੀ ਹੈ। ਤਨਾ, ਜੜ ਤੇ ਪੱਤਿਆਂ ਤੋਂ ਜਿਹੜੀ ਹੈ vegetative propagation ਹੁੰਦੀ ਹੈ। So answer is B. Next question, which among the reproduction by fission? ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ
खंडन जिहड़ा है खंडन विधि राਹੀਂ प्रजनन ਹੁੰਦਾ है अमीबा, बैक्टीरिया, plasmodium, all above. So answer is all above. Next, by which method does reproduction occur in money plant? ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਮਨੀ ਪਲਾਂਟ ਅਸੀਂ ਲਗਾਉਂਦੇ ਹਾਂ ਤਾਂ ਮਨੀ ਪਲਾਂਟ ਨੂੰ ਆਪਾਂ ਕਿਸ ਤਰ੍ਹਾਂ ਲਗਾ ਦਿੰਦੇ ਹਾਂ ਉਹਦੀ ਇੱਕ ਟਾਹਣੀ ਤੋੜ ਕੇ ਚਾਹੇ ਤਾਂ ਗਮਲੇ 'ਚ ਲਗਾ ਦਿਓ ਜਾਂ ਪਾਣੀ ਵਾਲੀ ਬੋਟਲ ਦੇ ਵਿੱਚ ਹੀ ਲਗਾ ਦਿਓ ਤਾਂ ਮਨੀ ਪਲਾਂਟ ਜਿਹੜਾ ਪੌਦਾ ਹੈ ਚੱਲ ਪੈਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਕਿਹੜੇ ਮੈਥਡ ਹੋ ਗਿਆ ਫਿਰ ਉਹ जगह ਅਸੀਂ stem ਤੋੜੀ ਹੈ ਤਾਂ ਉਹ ਬੇਟਾ ਜੀ ਆ ਜਾਏਗੀ vegetative propagation. Next, in the given diagram, which method is used for reproduction? ਇਹ ਬੇਟਾ ਅਮੀਬਾ ਦਾ ਹੈ ਅਮੀਬਾ ਜਿਹੜਾ ਹੈ ਦੋ ਡਾਟਰ ਸੈਲ ਦੇ ਵਿੱਚ ਬਣ ਗਿਆ ਤਾਂ ਇਸ ਨੂੰ ਆਪਾਂ ਕਿਹੜੇ ਕਹਿੰਦੇ ਹਾਂ regeneration, budding, binary fission, none of the above. और बाइनरी फिजन ਨੂੰ ਆਪਾਂ ਮਤਲਬ ਦੋ ਹਿੱਸਿਆਂ ਵਿੱਚ ਹੋਇਆ ਤਾਂ ਇਸ ਨੂੰ ਦੋ ਖੰਡਨ ਕਹਿੰਦੇ ਹਾਂ ਸੋ ਆਨਸਰ ਇਜ਼ ਬਾਈਨਰੀ ਫਿਜਨ in hydra due to repeated division of cell and outgrowth is developed at one specific site what do you call this outgrowth ਜਿਹੜਾ ਤੁਸੀਂ ਹਾਈਡਰਾ ਪੜ੍ਹ ਕੇ ਆਇਓ ਲੈਸਨ ਦੇ ਵਿੱਚ ਹਾਈਡਰਾ ਵਿੱਚ ਸੈੱਲਾਂ ਦੇ ਨਿਯਮਿਤ ਵਿਭਾਜਨ ਦੇ ਕਾਰਨ ਉਹਦੇ ਸਾਈਟ ਤੇ ਇੱਕ ग्रोथ होनी शुरू हो जाती उभार होना शुरू हो जाता है उसनू आपां की कहने हाँ बड पेरेंट बॉडी डीएनए नन ऑफ द अबव आपां पढ़िया है उसनू बोलते हाँ बड which among the following is sexually transmitted disease STD ਦੀ ਜੇ ਫੁੱਲ ਫਾਰਮ ਵੀ ਆ ਜਾਂਦੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹਦਾ ਫੁੱਲ ਫਾਰਮ ਹੈ sexually transmitted disease एड्स गनोरिया साइफिल्स ऑल अबव ये सारियां ਜਿਹੜੀਆਂ ਨੇ sexually transmitted diseases ਨੇ ਆਨਸਰ ਇਜ਼ all above what does anther consist of anther ਨੂੰ ਆਪਾਂ ਪਰਾਗਕੋਸ਼ ਕਹਿੰਦੇ ਹਾਂ ਇਹ ਕਿਸ ਵਿੱਚ ਹੁੰਦਾ ਹੈ ਗ੍ਰੀਨ ਲੀਫ ਪਿਸਟਲ ਅਵਿਊਜ਼ ਪੋਲਨ ਗ੍ਰੇਨਸ ਤਾਂ ਇਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਪੋਲਨ ਗ੍ਰੇਨਸ ਦੇ ਵਿੱਚ What do you call the process when pollen grain transfer from one flower to another flower? ਅਸੀਂ ਉਸ ਪ੍ਰੋਸੈਸ ਨੂੰ ਕੀ ਕਵਾਂਗੇ ਜਦੋਂ ਪੋਲਨ ਗ੍ਰੇਨ ਇੱਕ ਫੁੱਲ ਤੋਂ ਯਾਨੀ ਕਿ ਪਰਾਗਕਣ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਜਾਂਦੇ ਹਨ ਉਸ ਨੂੰ ਆਪਾਂ ਕੀ ਬੋਲਦੇ ਹਾਂ ਸੈਲਫ ਪੋਲੀਨੇਸ਼ਨ ਕ੍ਰਾਸ ਪੋਲੀਨੇਸ਼ਨ ਫਰਟੀਲਾਈਜੇਸ਼ਨ ਤੇ ਜਰਮੀਨੇਸ਼ਨ ਜਦੋਂ ਇੱਕ ਤੋਂ ਦੂਜੇ ਥਾਂ ਤੇ ਜਾਂਦੇ ਨੇ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਕ੍ਰਾਸ ਪੋਲੀਨੇਸ਼ਨ What is the color of the pollen grain generally? ਆਮ ਤੌਰ ਤੇ ਜਿਹੜਾ pollen grains ਦਾ ਕਲਰ ਕਿਹੜਾ ਰੰਗ ਦਾ ਹੁੰਦਾ ਹੈ ਪੀਲੇ ਰੰਗ ਦਾ ਯਾਨੀ ਕਿ yellow ਕਲਰ ਦਾ ਹੁੰਦਾ ਹੈ in flower the parts that produce male and female gametes are called ਫੁੱਲ ਦੇ ਵਿੱਚ ਜਿਹੜੇ ਨਰ ਸੈੱਲ ਯਾਨੀ ਕਿ ਮੇਲ ਤੇ ਜਿਹੜੇ ਫੀਮੇਲ ਜਿਹੜੇ ਪਾਰਟ ਹੁੰਦੇ ਨੇ ਜਨਨ ਸੈੱਲ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਟੈਮਨ ਐਂਡ कार्पल यानी कि पुंकेसर और स्त्रीकेसर The teacher asked Gusharan that what do we call such flower which contain either stamen or pistil ਜਿਹਦੇ ਵਿੱਚ ਜਾਂ ਤਾਂ ਸਟੈਮਨ ਹੋਏ ਜਾਂ ਪਿਸਟਲ ਹੋਏ ਤਾਂ ਅਸੀਂ ਉਸਨੂੰ ਕੀ ਕਹਿੰਦੇ ਹਾਂ ਉਸਨੂੰ ਆਪਾਂ ਬੋਲਦੇ ਹਾਂ यूनिसेक्सुअल Which of the following is a human male germ cell? ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਮੇਲ ਨਰ germ cell ਹੈ egg, spore, sperm, none above. The answer is sperm. ਹਾਂਜੀ ਹੁਣ ਆਪਾਂ ਪੜਾਂਗੇ ਪ੍ਰੈਕਟਿਸ ਸ਼ੀਟ ਨੰਬਰ 10A ਲੈਸਨ ਸੈਕੰਡ ਐਸਿਡ ਬੇਸਿਸ ਐਂਡ ਸੌਲਟ ਤੇਜ਼ਾਬ ਖਾਰ ਅਤੇ ਲੂਣ ਫਸਟ ਕੁਐਸਚਨ ਸਮ ਟਰਮਰਿਕ paste got spilled on Gurpreet's shirt which turned red brown upon by applying soap on it. Why did that happen? ਗੁਰਪ੍ਰੀਤ ਦੀ ਸ਼ਰਟ ਦੇ ਉੱਤੇ ਕੁਝ ਜਿਹੜੀ ਹਲਦੀ ਦੀ ਪੇਸਟ ਗਿਰ ਗਈ ਤਾਂ ਉਹਨੂੰ ਜਦੋਂ ਧੋਤਾ ਗਿਆ ਸਾਬਣ ਦੇ ਨਾਲ ਤੇ ਉਹ ਬਰਾਊਨ ਕਲਰ ਦੀ ਹੋ ਗਈ ਤਾਂ ਉਹ ਕਿਉਂ ਹੋਈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਾਡੇ ਕੱਪੜੇ ਤੇ ਸਬਜ਼ੀ ਗਿਰ ਜਾਂਦੀ ਹੈ ਜਦੋਂ ਅਸੀਂ ਉਹਨੂੰ
ਸਾਬਣ ਦੇ ਨਾਲ ਧੋਂਦੇ ਹਾਂ ਤਾਂ ਉਹ ਬਰਾਊਨ ਕਲਰ ਦਾ ਉਹਦੇ ਤੇ ਦਾਗ ਪੈ ਜਾਂਦਾ ਹੈ, ਪੀਲੇ ਤੋਂ ਕਿਤੇ 'ਚ ਬਦਲ ਜਾਂਦਾ ਹੈ ਬਰਾਊਨ ਦੇ ਵਿੱਚ। ਉਹਦਾ ਕੀ ਕਾਰਨ ਹੈ? ਕਿਉਂਕਿ ਸੋਪ ਜਿਹੜਾ ਹੈ ਉਹ ਕੀ ਹੈ? ਬੇਸਿਕ ਹੈ। Next, Sunita noticed that her mother never keeps curd in copper utensil. ਸੁਨੀਤਾ ਨੇ ਨੋਟਿਸ ਕੀਤਾ ਕਿ ਉਹਦੇ ਮਾਤਾ ਜੀ ਕਦੀ ਵੀ ਕਰਡ ਯਾਨੀ ਕਿ ਦਹੀਂ ਨੂੰ ਕਦੀ ਵੀ ਕੋਪਰ ਦੇ ਬਰਤਨ ਦੇ ਵਿੱਚ ਨਹੀਂ ਰੱਖਦੇ। ਕਿਉਂ ਨਹੀਂ ਰੱਖਦੇ? ਕਿਉਂਕਿ ਕਰਡ ਜਿਹੜਾ ਹੁੰਦਾ ਹੈ ਉਹ ਖੱਟਾ ਹੁੰਦਾ ਹੈ ਤੇ ਕਾਪਰ ਕੀ ਹੈ? ਮੈਟਲ ਹੈ। ਤੇ ਜੇ ਅਸੀਂ ਕਾਪਰ ਦੇ ਬਰਤਨ ਦੇ ਵਿੱਚ ਆਪਾਂ ਕਰਡ ਰੱਖਾਂਗੇ ਤਾਂ ਐਸਿਡ ਰਿਐਕਟ ਕਰ ਦੇਗਾ ਮੈਟਲ ਦੇ ਨਾਲ, ਸੋ ਉਹਦੇ ਨਾਲ ਕੀ ਹੋ ਜਾਏਗਾ? ਕਿਰਿਆ ਕਰੇਗਾ ਤੇ ਖਰਾਬ ਹੋ ਸਕਦਾ ਹੈ। ਸੋ ਆਂਸਰ ਇਜ਼ ਐਸਿਡ present in curds reacts with copper. Mandeep got acidity because he had too much fried food at wedding. Which of the following will give him relief? ਮਨਦੀਪ ਨੇ ਸ਼ਾਦੀ ਦੇ ਵਿੱਚ ਬਹੁਤ ਸਾਰਾ ਫਰਾਈ ਫੂਡ ਖਾ ਲਿਆ, ਜਿਸ ਤਰ੍ਹਾਂ ਆਮ ਕਰਕੇ ਸਾਰੇ ਖਾ ਲੈਂਦੇ ਨੇ। ਫਿਰ ਉਹਨੂੰ ਕਿਹੜੀ ਪ੍ਰੋਬਲਮ ਹੋ ਗਈ? ਐਸਿਡਿਟੀ ਦੀ। ਤਾਂ ਐਸਿਡਿਟੀ ਨੂੰ ਰਿਮੂਵ ਕਰਨ ਲਈ ਸਾਨੂੰ ਕਿਹੜੀ ਦਵਾਈ ਖਾਣੀ ਚਾਹੀਦੀ ਹੈ? ਐਂਟੀਬਾਇਓਟਿਕ, ਐਨਾਲਜੈਸਿਕ, ਐਂਟੈਸਿਡ, ਐਂਟੀਸੈਪਟਿਕ। ਸੋ ਐਂਟੈਸਿਡ ਜਿਹੜੀ ਹੈ ਅਸੀਂ ਦਵਾਈ ਖਾਂਦੇ ਹਾਂ, ਜਿਸ ਤਰ੍ਹਾਂ ਐਗਜ਼ਾਮਪਲ ਹੈ ਡਾਈਜਨ ਜਾਂ Next, the bone of Ravi's arm got broken while playing. Ravi noticed that in order to keep the bone stable, his doctor used a paste of a special powder. What is the name of that powder? Ravi ਦੀ ਬਾਂਹ ਟੁੱਟ ਗਈ ਤਾਂ ਉਸਨੇ ਬੋਨ ਯਾਨੀ ਕਿ ਸਿੱਧਾ ਰੱਖਣ ਲਈ, ਸਟੇਬਲ ਕਰਨ ਲਈ ਜਾਂ ਜੋੜਨ ਦੇ ਲਈ ਇੱਕ ਸਪੈਸ਼ਲ ਪੇਸਟ ਅਪਲਾਈ ਕੀਤੀ। ਉਸਦਾ ਨਾਮ ਕੀ ਹੈ? ਬਲੀਚਿੰਗ ਪਾਊਡਰ, ਵਾਸ਼ਿੰਗ ਸੋਡਾ, ਪਲਾਸਟਰ ਆਫ ਪੈਰਿਸ, ਸੋਡੀਅਮ ਹਾਈਡਰੋਕਸਾਈਡ। ਤਾਂ ਸਾਨੂੰ ਡਾਕਟਰ ਜਿਹੜਾ ਜਦੋਂ ਹੱਡੀ ਟੁੱਟ ਜਾਂਦੀ ਹੈ ਪਲਾਸਟਰ ਲਗਾ ਦਿੰਦੇ ਨੇ, ਤੇ ਪਲਾਸਟਰ ਕਿਹਦਾ ਹੁੰਦਾ ਹੈ? ਪਲਾਸਟਰ ਆਫ ਪੈਰਿਸ। Harmeet wants to know that which substance react with the acid to give out carbon dioxide in fire extinguisher. ਹਰਮੀਤ ਜਾਣਨਾ ਚਾਹੁੰਦਾ ਹੈ ਸੀ ਕਿ ਜਿਹੜਾ ਅੱਗ ਬੁਝਾਊ ਯੰਤਰ ਹੈ, ਜਿਹੜੇ ਅਸੀਂ ਅੱਗ ਬੁਝਾਉਣ ਵਾਸਤੇ ਯੂਜ਼ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਕਿਹੜਾ ਪਦਾਰਥ ਹੁੰਦਾ ਹੈ ਜਿਹੜਾ ਤੇਜ਼ਾਬ ਦੇ ਨਾਲ ਕਿਰਿਆ ਕਰਕੇ, ਜਾਣੀ ਕਿ ਐਸਿਡ ਦੇ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਬਣਾਉਂਦਾ ਹੈ। ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਬਲੀਚਿੰਗ ਪਾਊਡਰ, ਬੇਕਿੰਗ ਸੋਡਾ, ਪਲਾਸਟਰ ਆਫ ਪੈਰਿਸ, ਸੋਡੀਅਮ ਹਾਈਡਰੋਕਸਾਈਡ। ਸੋ ਬੇਕਿੰਗ ਸੋਡਾ ਜਿਹੜਾ ਹੈ, ਜਿਹਨੂੰ ਆਪਾਂ ਮਿੱਠਾ ਸੋਡਾ ਵੀ ਕਹਿੰਦੇ ਹਾਂ, ਉਹ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਨੂੰ ਉਹ ਬਣਾਉਂਦਾ ਹੈ, ਜਿਸ ਦੇ ਨਾਲ ਜਿਹੜੀ ਹੈ ਅੱਗ ਹੈ ਉਹ ਬੁਝ ਜਾਂਦੀ ਹੈ। ਦੀਪਕ teeth has started decaying. ਉਹਦੇ ਦੀਪਕ ਦੇ ਦੰਦ ਖਰਾਬ ਹੋਣੇ ਸ਼ੁਰੂ ਹੋ ਗਏ। Upon asking his doctor told him if pH of mouth is less than the certain value of the decay of teeth start. ਅਗਰ ਸਾਡੀ ਜਿਹੜੀ pH ਦਾ ਮਾਤਰਾ ਸਾਡੀ ਘਟ ਜਾਂਦੀ ਹੈ ਤਾਂ ਦੰਦਾਂ ਦਾ ਜਿਹੜਾ ਹੈ ਖੋਰਨ ਹੈ ਗਿਰਨੇ ਸ਼ੁਰੂ ਹੋ ਜਾਂਦੇ ਨੇ। What should be the value? ਕਿੰਨੀ ਵੈਲਿਊ ਜਿਹੜੀ ਹੈ pH ਦੀ ਹੋਣੀ ਚਾਹੀਦੀ ਹੈ? Answer is more than 5.5. Aman came to know today that the fruits of lemon citrus species has an acid in them. Which acid do they have? ਅਮਨ ਨੇ ਦੇਖਿਆ ਕਿ ਜਿੰਨੇ ਵੀ ਖੱਟੇ ਫਲ ਨੇ, ਜਿਵੇਂ ਸੰਤਰਾ ਹੈ ਜਾਂ ਨਿੰਬੂ ਹੈ, ਕੀਨੂ ਹੈ, ਇਹਨਾਂ ਦੇ ਵਿੱਚ ਇਹਨਾਂ ਨੂੰ ਆਪਾਂ ਸਿਟਰਸ ਫਰੂਟਸ ਕਹਿੰਦੇ ਹਾਂ, ਤੇ ਇਹਨਾਂ ਵਿੱਚ ਕਿਹੜਾ ਐਸਿਡ ਹੁੰਦਾ ਹੈ? ਇਹਦੇ 'ਚ ਹੁੰਦਾ ਹੈ ਬੇਟਾ ਜੀ ਸਿਟਰਿਕ ਐਸਿਡ। ਇਸ ਕਰਕੇ ਆਪਾਂ ਇਸ ਨੂੰ ਸਿਟਰਸ ਫਰੂਟਸ ਵੀ ਕਹਿੰਦੇ ਹਾਂ। Manoj noticed that when he had phenylephrine indicated in a given solution, then the color of mixture changes to light pink. What is the nature of solution? ਮਨੋਜ ਨੇ ਵੇਖਿਆ ਕਿ ਜਦੋਂ ਫਿਨਲੈਫਥਲੀਨ ਸੂਚਕ ਨੂੰ ਕਿਸੇ ਘੋਲ ਦੇ ਵਿੱਚ ਪਾਉਂਦਾ ਹੈ ਤਾਂ ਉਹਦਾ ਰੰਗ ਜਿਹੜਾ ਹੈ ਪਿੰਕ ਕਲਰ ਦਾ ਹੋ ਜਾਂਦਾ ਹੈ। ਤਾਂ ਉਹਦਾ ਨੇਚਰ ਕਿਹੜੀ ਹੈ? ਉਹਦੀ ਨੇਚਰ ਹੈ ਬੇਸਿਕ। ਹਾਂਜੀ, ਹੁਣ ਆਪਾਂ 10th ਪੀ ਪ੍ਰੈਕਟਿਸ ਸ਼ੀਟ ਪੜਾਂਗੇ। ਲੈਸਨ 3 ਮੈਟਲਸ ਐਂਡ ਨॉन ਮੈਟਲਸ। First आ गया, Gagan came to know that today in class that the metal can be beaten to form thin sheets. This property of metal is called malleability. ਆਪਾਂ ਪੜਿਆ ਕਲਾਸ ਦੇ ਵਿੱਚ ਵੀ ਕਿ ਜਿਹੜੀਆਂ ਮੈਟਲਸ ਦੀਆਂ ਉਹਨਾਂ ਨੂੰ ਕੁੱਟ ਕੇ
ਪਤਲੀਆਂ ਸ਼ੀਟਸ ਬਣਾਈਆਂ ਜਾਂਦੀਆਂ ਨੇ ਉਸਨੂੰ ਆਪਾਂ ਮੈਲਾਬਿਲਿਟੀ ਕਹਿੰਦੇ ਹਾਂ ਜਾਂ ਕੁਟੀਨ ਯੋਗਤਾ ਕਹਿੰਦੇ ਹਾਂ। ਤੇ ਇਹਨਾਂ ਵਿੱਚੋਂ ਦੱਸਦੇ ਕਿ ਕਿਹੜੀ ਜਿਹੜੀ ਮੈਟਲ ਹੈ ਉਹਨੂੰ ਆਪਾਂ ਮੈਕਸਿਮਮ ਉਹਦੀ ਮੈਲਾਬਿਲਿਟੀ ਹੁੰਦੀ ਹੈ। ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜੀ ਸਿਲਵਰ ਦੀ, ਚਾਂਦੀ ਦੀ। ਤੁਸੀਂ ਦੇਖਿਆ ਹੋਏਗਾ ਮਿਠਾਈਆਂ ਦੇ ਉੱਤੇ ਚਾਂਦੀ ਦੇ ਵਰਕ ਲੱਗੇ ਹੁੰਦੇ ਨੇ, ਜਿਹਨੂੰ ਆਪਾਂ ਵਰਕ ਬੋਲਦੇ ਹਾਂ। ਮੈਟਲ ਸਿਲਵਰ ਨੂੰ ਇੰਨਾ ਬਰੀਕ ਕੀਤਾ ਜਾਂਦਾ ਹੈ ਜਿਸ ਦੇ ਨਾਲ ਉਹ ਅਸੀਂ ਇੰਨੀ ਪਤਲੀ ਸ਼ੀਟ ਹੋ ਜਾਂਦੀ ਹੈ ਜਿਸਨੂੰ ਆਪਾਂ ਮਿਠਾਈਆਂ ਦੇ ਉੱਤੇ ਵੀ ਜਾਂ ਸਵੀਟਸ ਦੇ ਉੱਪਰ ਵੀ ਲਗਾਉਂਦੇ ਹਾਂ। ਨੈਕਸਟ ਆ ਗਿਆ ਰੁਕਿੰਦਰ ਰੇਟ ਟੂਡੇ ਦੈਟ ਕਾਰਬਨ ਇਜ਼ ਅ ਨॉन ਮੈਟਲ ਵਿਚ ਹੈਜ਼ ਮੈਨੀ ਫਾਰਮਸ। ਕਾਰਬਨ ਦੀਆਂ ਬਹੁਤ ਸਾਰੀਆਂ ਫਾਰਮਸ ਨੇ। ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜੀ ਜਿਹੜੀ ਹੈ ਹਾਰਡੈਸਟ ਨੈਚੁਰਲ ਸਬਸਟੈਂਸ ਹੈ। ਗ੍ਰੇਫਾਈਟ, ਬਕਮਿਸਟਰ ਫੁਲਰੈਂਸ, ਡਾਇਮੰਡ, ਨਨ ਬਰਗ। ਸੋ ਹਾਰਡੈਸਟ ਜਿਹੜਾ ਨੈਚੁਰਲ ਸਬਸਟੈਂਸ ਹੈ ਉਹ ਹੈ ਡਾਇਮੰਡ। While cleaning science lab, Iqbal saw that one metal was dipped in kerosene. After asking his teacher, he came to know that his metal can react with air. Which metal is it? ਸਾਇੰਸ ਲੈਬ ਦੇ ਵਿੱਚ ਜਿਹੜੀ ਇੱਕ ਮੈਟਲ ਹੈ ਉਹਨੂੰ ਆਪਾਂ ਹਮੇਸ਼ਾ ਕੈਰੋਸੀਨ ਯਾਨੀ ਕਿ ਮਿੱਟੀ ਦੇ ਤੇਲ ਦੇ ਵਿੱਚ ਰੱਖਦੇ ਹਾਂ। ਤਾਂ ਟੀਚਰ ਤੋਂ ਪੁੱਛਿਆ ਵੀ ਕਿਉਂ ਰੱਖਦੇ ਹਾਂ, ਤਾਂ ਕਿਉਂਕਿ ਜਿਹੜੀ ਇਹ ਮੈਟਲ ਹੈ ਉਹ ਹਵਾ ਦੇ ਨਾਲ ਰਿਐਕਟ ਕਰ ਜਾਂਦੀ ਹੈ, ਏਅਰ ਦੇ ਨਾਲ ਰਿਐਕਟ ਕਰ ਜਾਂਦੀ ਹੈ। ਤਾਂ ਉਹਦਾ ਨਾਮ ਹੈ ਬੇਟਾ ਜੀ ਸੋਡੀਅਮ। ਸੋਡੀਅਮ ਜਿਹੜੀ ਆ ਹਵਾ ਦੇ ਨਾਲ ਰਿਐਕਟ ਕਰ ਲੈਂਦੀ, ਇਸ ਕਰਕੇ ਉਹਨੂੰ ਕੈਰੋਸੀਨ ਦੇ ਵਿੱਚ ਜਾਂ ਕਿਸੇ ਵੈਕਸ ਦੇ ਵਿੱਚ ਰੱਖਿਆ, ਉਹਦੇ ਤੇ ਵੈਕਸ ਦੀ ਕੋਟਿੰਗ ਕੀਤੀ ਜਾਂਦੀ ਹੈ। Next, Jitinder noted that the stand of her cycle, which is made up of iron, has been covered with layer of brown-colored amorphous substance. What is this layer called? ਜਤਿੰਦਰ ਨੇ ਨੋਟ ਕੀਤਾ ਕਿ ਉਹਦਾ ਜਿਹੜਾ ਸਾਈਕਲ ਹੈ ਉਹਦਾ ਸਟੈਂਡ ਜਿਹੜਾ ਕਿ ਲੋਹੇ ਦਾ ਬਣਿਆ ਹੈ ਉਹਦੇ ਤੇ ਇੱਕ ਬਰਾਊਨ ਕਲਰ ਦੀ ਜਿਹੜੀ ਲੇਅਰ ਹੈ ਜੰਮ ਗਈ ਹੈ। ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਆਪਾਂ ਉਸਨੂੰ ਰਸਟਿੰਗ ਜਾਂ ਰਸਟ ਕਹਿੰਦੇ ਹਾਂ। At the electrical appliances shop, Natalia shows an electrician using an alloy to join two wires together. What is the name of that alloy? ਉਸਨੇ ਨਤਾਲਿਆ ਨੇ ਇੱਕ ਇਲੈਕਟ੍ਰਿਸਿਟੀ ਦੀ ਦੁਕਾਨ ਤੇ ਦੇਖਿਆ ਕਿ ਅਗਰ ਜਦੋਂ ਦੋ ਤਾਰਾਂ ਨੂੰ ਜੋੜਨ ਵਾਸਤੇ ਇੱਕ ਅਲੋਏ ਦੀ ਵਰਤੋਂ ਕੀਤੀ ਜਾਂਦੀ ਹੈ, ਉਸਦਾ ਕੀ ਨਾਮ ਹੈ? ਅਮੈਲਗਮ, ਸੋਲਜਰ, ਬ੍ਰਾਸ, none of these. The answer is soldier. Gurpreet learned in class today that pure gold is extremely soft and it cannot be used for making jewelry. How much carat is pure gold? ਤਾਂ ਗੁਰਮੀਤ ਨੇ ਪੜ੍ਹਿਆ ਕਿ ਜਿਹੜਾ ਗੋਲਡ ਹੈ, ਜਿਹੜਾ ਪਿਓਰ ਗੋਲਡ ਹੁੰਦਾ ਹੈ ਉਹ ਇੰਨਾ ਸੌਫਟ ਹੁੰਦਾ ਹੈ ਕਿ ਅਸੀਂ ਉਹਦੇ ਗਹਿਣੇ ਨਹੀਂ ਬਣਾ ਸਕਦੇ ਕਿਉਂਕਿ ਉਹ ਲਿਵ ਜਾਂਦਾ ਸੌਫਟ ਹੋਣ ਕਰਕੇ। ਤਾਂ ਪਿਓਰ ਕੈਰਟ ਜਿਹੜਾ ਹੈ ਉਹ ਪਿਓਰ ਜਿਹੜਾ ਗੋਲਡ ਹੈ ਉਹ ਕਿੰਨੇ ਕੈਰਟ ਦਾ ਹੁੰਦਾ ਹੈ? ਉਹ ਹੁੰਦਾ ਹੈ ਜੀ 24 ਕੈਰਟ ਦਾ। ਜਿਹੜੇ ਆਪਾਂ ਜਿਊਲਰੀ ਲੈਂਦੇ ਹਾਂ ਉਹ 22 ਜਾਂ 20 ਕੈਰਟ ਦੀ ਹੀ ਲੈਂਦੇ ਹਾਂ ਤਾਂ ਕਿ ਥੋੜੇ ਉਹ ਸੋਲਿਡ ਰਹਿ ਸਕਣ। Today teacher told about a metal which is liquid at room temperature. What is the name of metal? ਮੈਟਲ ਹੈ ਇੱਕ ਜਿਹੜੀ ਲਿਕੁਇਡ ਹੁੰਦੀ ਹੈ ਰੂਮ ਟੈਂਪਰੇਚਰ ਦੇ ਵਿੱਚ। ਆਮ ਤੌਰ ਤੇ ਸਾਰੀਆਂ ਜਿਹੜੀਆਂ ਮੈਟਲਸ ਨੇ ਉਹ ਕਿਹੜੀਆਂ ਹੁੰਦੀਆਂ ਨੇ? ਸੋਲਿਡ ਹੁੰਦੀਆਂ ਨੇ। ਸਿਰਫ ਇੱਕ ਮੈਟਲ ਹੈ ਜਿਹੜੀ ਲਿਕੁਇਡ ਹੁੰਦੀ ਹੈ, ਉਸਦਾ ਨਾਮ ਕੀ ਹੈ? ਮਰਕਰੀ। ਆਪਾਂ ਉਹਨੂੰ ਕਿੱਥੇ ਯੂਜ਼ ਕਰਦੇ ਹਾਂ? ਥਰਮੋਮੀਟਰ ਦੇ ਵਿੱਚ ਟੈਂਪਰੇਚਰ ਨੋਟ ਕਰਨ ਲਈ। Which type of solution is made by the oxide of non-metal after dissolving into water? ਜਿਹੜੇ ਨੌਨ ਮੈਟਲ ਦੇ ਆਕਸਾਈਡ ਨੇ ਪਾਣੀ ਵਿੱਚ ਘੁਲ ਕੇ ਉਹ ਕਿਸ ਤਰ੍ਹਾਂ ਦੇ ਘੋਲ ਬਣਾਉਂਦੇ ਹਨ? ਉਹ ਬਣਾਉਂਦੇ ਹਨ ਐਸੀਟਿਕ, ਤੇਜ਼ਾਬੀ। Vivek performs an activity of metal with water. The teacher says that the gas produced extinguished with pop sound. Pop ਦੀ sound ਆਉਂਦੀ ਹੈ। When a burning candle is brought near it, name the gas. ਤਾਂ ਉਹ ਕਿਹੜੀ ਗੈਸ ਹੈ? ਉਸ ਗੈਸ ਦਾ ਨਾਮ ਹੈ ਹਾਈਡਰੋਜਨ gas. Next lesson है electricity. Deepa studied in class today that electric current is the rate of flow of electric charge. What is the SI unit of electric current? Electric current की SI unit की है? Answer is ampere. Prem thought that why all the electric wires are always made up of copper. What is the reason behind it?
ਕਿਉਂ ਜਿਹੜੀਆਂ ਇਲੈਕਟ੍ਰਿਕ ਵਾਇਰਸ ਜਿਹੜੀਆਂ ਨੇ ਉਹ ਕੋਪਰ ਦੀਆਂ ਬਣੀਆਂ ਹੁੰਦੀਆਂ ਨੇ ਔਰ ਇਹਦਾ ਕੀ ਕਾਰਨ ਹੈ ਕਿਉਂਕਿ ਕੋਪਰ ਦੀ ਜਿਹੜੀ ਹੈ ਉਹ ਕੀ ਹੈ ਲੋ resistivity. During an activity, Suman learned today about the filament of a bulb that it has a high resistivity and high MP. What is the filament of bulb made up of? ਫਿਲਾਮੈਂਟ ਹੈ ਬਲਬ ਦਾ ਉਹ ਕਿਹੜੀ ਮੈਟਲ ਦਾ ਮਿਲ ਕੇ ਬਣਿਆ ਹੁੰਦਾ ਹੈ ਉਹ ਬਣਿਆ ਹੁੰਦਾ ਹੈ ਟੰਗਸਟਨ ਦਾ while performing the activity for Ohm's law teacher used a device shown below identify the device ਬੇਟਾ ਜੀ ਇਹ ਡਿਵਾਈਸ ਹੈ ਇਹਦਾ ਕੀ ਨਾਮ ਹੈ ਜਿਹੜਾ ਅਸੀਂ ਓਮ ਲਾ ਦੇ ਵਿੱਚ ਯੂਜ਼ ਕਰਦੇ ਹਾਂ ਇਹਦਾ ਨਾਮ ਹੈ ਕੀ ਜਾਂ ਸਵਿਚ ਇਹ ਤੁਸੀਂ ਦੇਖ ਰਹੇ ਹੋ ਅਗਰ ਅਸੀਂ ਇਹਨਾਂ ਨੂੰ ਕੱਢ ਦਾਂਗੇ ਤੇ ਸਰਕਟ ਜਿਹੜਾ ਪੂਰਾ ਨਹੀਂ ਹੋਏਗਾ ਅਗਰ ਅਸੀਂ ਇਹਨੂੰ ਲਗਾ ਦਾਂਗੇ ਜਿਹੜਾ ਹੈ ਕੀ ਜਾਂ ਸਵਿਚ ਹੈ ਜਿਹੜਾ ਉਹ ਔਨ ਹੋ ਜਾਏਗਾ next question the teacher told the class today that heating effect of electric current has been many application choose the application which works on heating effect of current from the option below electric press electric toaster electric heater all above so ਜਿਹੜਾ electric current ਹੈ ਉਹਦੀਆਂ ਬਹੁਤ ਸਾਰੀਆਂ ਐਪਲੀਕੇਸ਼ਨ ਹੈ ਹੀਟਿੰਗ ਇਫੈਕਟ ਹੈ ਤੇ ਇਹ ਸਾਰਿਆਂ ਦੇ ਵਿੱਚ ਜਿਹੜੀ ਇਹ ਹੀਟ ਆਂਦੀ ਹੈ ਤੇ ਦਾ ਆਨਸਰ ਆ ਜਾਏਗਾ all above Gusharan's father has bought an electric motor today Gusharan ਦੇ ਪਿਤਾ ਜੀ ਇਲੈਕਟ੍ਰਿਕ ਮੋਟਰ ਲੈ ਕੇ ਆਏ the box of motor has 220 volt 5 ampere written on it ਆਤੇ ਇਹਦੀ ਆਪਾਂ ਪਾਵਰ ਕੱਢਣੀ ਹੈ ਕਿੰਨੀ ਆਏਗੀ ਸੋ ਪਾਵਰ ਦਾ ਬੇਟਾ ਜੀ ਫਾਰਮੂਲਾ ਹੁੰਦਾ ਹੈ So power is equal to V into I 220 into 5 ampere ਜਦੋਂ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆ ਜਾਏਗਾ 1100 Next है a wire of resistance was cut into two equal pieces and joined in parallel to each other what will be the total resistance ਅਗਰ ਅਸੀਂ ਇੱਕ ਵਾਇਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਈਏ ਤੇ ਉਹਨੂੰ ਪੈਰਲਲ ਦੇ ਵਿੱਚ ਜੋੜ ਦਈਏ ਤਾਂ ਉਹਦੀ ਟੋਟਲ ਰੈਜ਼ਿਸਟੈਂਸ ਕੀ ਆ ਜਾਏਗੀ ਉਹ ਆ ਜਾਏਗੀ R/4 if we have two same size wires of nichrome and copper which show high resistance nichrome ਤੇ copper ਦੇ ਵਿੱਚੋਂ ਕਿਹਦੀ ਜ਼ਿਆਦਾ resistance ਆਏਗਾ answer is nichrome next lesson 13 magnetic effects of current The teacher told that the class today that the electric current has many effects ਅਸੀਂ ਪੜ੍ਹਿਆ ਹੈ ਕਿ electric current ਦੇ ਬਹੁਤ ਸਾਰੇ effects ਨੇ ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਜਿਹੜਾ ਹੈ electric current ਦਾ effect ਹੈ heating effect magnetic effect chemical effect all above so answer is all above Asim saw in activity today that electrical conductor experience force in itself when it is placed in magnetic field which one of the following devices work on the above mentioned principle? Answer is motor. Which of the following rule can be used to find out the direction of force experienced by an electrical placed in a magnetic field? ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿ ਕਿਹੜੀ ਜਿਹੜਾ ਹੈ ਰੂਲ ਲੱਗਦਾ ਹੈ ਉਹ ਆਨਸਰ ਹੈ Fleming's left hand rule. During a power cut, a generator is used in the school to produce electricity. Still want to know which principle is the working of generator. Helps Neil in finding the right answer from the following electromagnetic, induction, magnetic effect, heating effect, all verbs. The answer is electromagnetic induction. Fifth question, during an activity on magnetic induction, Sarita saw the teacher using the following device. Identify the device shown. ਬੇਟਾ ਜੀ ਦੇਖੋ ਜਦੋਂ ਆਪਾਂ ਵੋਲਟਮੀਟਰ ਤੇ ਐਮੀਟਰ ਦੇ ਬਾਰੇ ਪੜ੍ਹਿਆ ਸੀ ਤਾਂ ਉਹਨਾਂ ਦੇ ਇੱਥੇ A ਲਿਖਿਆ ਹੁੰਦਾ ਸੀ ਔਰ ਜਦੋਂ ਵੋਲਟਮੀਟਰ ਦੇਖਿਆ ਸੀ ਤਾਂ ਉੱਥੇ V ਲਿਖਿਆ ਸੀ ਉਹਨਾਂ ਤੇ G ਲਿਖਿਆ ਹੈ ਤਾਂ ਇਸ ਦਾ ਨਾਮ ਕੀ ਹੈ ਗੈਲਵੇਨੋਮੀਟਰ ਇਹ ਯਾਦ ਰੱਖ ਲੈਣਾ ਤੁਸੀਂ A device is used to protect the electric circuit from overloading and short circuiting name the device ਘਰਾਂ ਦੇ ਵਿੱਚ ਸ਼ਾਰਟ ਸਰਕਟ ਨਾ ਹੋਵੇ ਜਾਂ
ਓਵਰਲੋਡਿੰਗ ਜਦੋਂ ਹੋ ਜਾਂਦੀ ਹੈ, ਜ਼ਿਆਦਾ ਕਰੰਟ ਆ ਜਾਂਦਾ ਹੈ, ਤਾਂ ਕਿਹੜਾ ਅਸੀਂ ਡਿਵਾਈਸ ਯੂਜ਼ ਕਰਦੇ ਹਾਂ, ਉਸ ਡਿਵਾਈਸ ਦਾ ਨਾਮ ਹੈ ਫਿਊਜ਼। The voltage of AC current that we receive at our home is 220 volt. What is its frequency? ਤਾਂ ਉਹਦੀ frequency ਕਿੰਨੀ ਹੈ? ਉਹ ਹੈ 50 hertz. The value of electric current in a circuit during short circuiting. ਜਦੋਂ ਸ਼ਾਰਟ ਸਰਕਟਿੰਗ ਹੁੰਦੀ ਹੈ ਤਾਂ ਜਿਹੜੀ ਇਲੈਕਟ੍ਰਿਕ ਕਰੰਟ ਹੁੰਦਾ ਹੈ ਉਹ ਕੀ ਹੁੰਦਾ ਹੈ, ਵੱਧਦਾ ਹੈ, ਘਟਦਾ ਹੈ ਕਿ ਸੇਮ ਰਹਿੰਦਾ ਹੈ? ਤਾਂ ਉਹ ਕੀ ਹੋਏਗਾ, increases significantly. The quantity of the magnetic field produced in a coil depend upon, ਜਿਹੜੀ magnetic field ਕਿਤੇ ਤੇ ਡਿਪੈਂਡ ਕਰਦਾ ਹੈ, coils ਜਿਹੜੀ ਨੇ कि number of turns in the coil, quantity of electric current flow through the coil, substance used for making the coil, all these factors. जिन्ने ज़्यादा टर्न्स होंगे उतना ही उधर द मैग्नेटिक फील्ड डिपेंड करेगा. सो आंसर इज द नंबर ऑफ टर्न्स इन द coil. Thank you.